ਪੰਜਾਬੀ ਰੇਡੀਓ ਜਿਵੇਂ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਆਪਾਂ ਚੱਲਾਂਗੇ ਪਟਿਆਲਾ ਸਟੂਡੀਓ। ਬਲਤੇਜਪਨ ਹੋਰਾਂ ਤੋਂ ਪੁੱਛਾਂਗੇ ਖਬਰਾਂ ਦੇ ਪਿੱਛੇ ਸੱਚ ਕੀ ਆ। ਕੁਛ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਪ੍ਰੈਜ਼ਨੋ, ਧਰਮ ਸਿੰਘ ਸਲਮਾ, ਗੁਰਚਰਨ ਸਿੰਘ ਬਿਕਰਸਵੀਡ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਜੁੜ ਚੁੱਕੇ ਹਾਂ ਸਾਡੇ ਨਾਲ ਬਲਤੇਜਪਨ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਕਿਸਾਨਾਂ ਨੇ ਜਾਣਾ ਦਿੱਲੀ, ਪਰ ਦਿੱਲੀ ਦੀ ਪੁਲਿਸ ਨੇ ਰੈਲੀ ਕਰਨ ਦਾ ਕੋਈ ਪਰਮਿਸ਼ਨ ਹੀ ਨਹੀਂ ਦਿੱਤੀ। ਇਹ ਤੋਂ ਪਹਿਲਾਂ ਜਿਹੜਾ ਸੀਗਾ ਉਹ ਰਾਮਲੀਲਾ ਮੈਦਾਨ ਜਿਹੜਾ ਉੱਥੇ ਵੀ ਨਾ ਜਿਹੜੀ ਉਹ ਕੀਤੀ ਗਈ ਸੀ ਕਿ ਨਹੀਂ ਤੁਸੀਂ ਇੱਥੇ ਆ ਸਕਦੇ। ਦੁਬਾਰਾ ਕਿਸਾਨ ਜਥੇਬੰਦੀਆਂ ਨੇ ਜਿਹੜੀ ਇਹਦੀ ਪਰਮਿਸ਼ਨ ਮੰਗੀ ਸੀਗੀ ਕਿਉਂਕਿ 26-27 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਹੋਇਆ ਔਰ ਇਹਦੇ ਵਾਸਤੇ ਤਿਆਰੀਆਂ ਜ਼ੋਰਾਂ ਦੇ ਉੱਤੇ ਨੇ ਬਿਨਾਂ ਕਿਸੇ ਸ਼ੱਕ ਦੇ। ਔਰ ਕੇਂਦਰ ਦੀ ਸਰਕਾਰ ਮੰਨੇ ਜਾਂ ਨਾ ਮੰਨੇ, ਉਹ ਅੰਦਰੋਂ ਇਸ ਮਾਮਲੇ ਦੇ ਉੱਤੇ ਡਰੀ ਹੋਈ ਹੈ ਤੇ ਜੇ ਕਿਸਾਨ ਇਹ ਇੰਨੀਆਂ ਜਥੇਬੰਦੀਆਂ ਜਿਨ੍ਹਾਂ ਦੀ ਗਿਣਤੀ ਹੁਣ 500 ਦੇ ਕਰੀਬ ਦੱਸੀ ਜਾਂਦੀ ਹੈ ਪੂਰੇ ਮੁਲਕ ਦੇ ਵਿੱਚੋਂ, ਉਹ ਦਿੱਲੀ ਵੱਲ ਨੂੰ ਤੁਰ ਪਈਆਂ ਤੇ ਉਹਦੇ ਵਾਸਤੇ ਮੁਸ਼ਕਲਾਂ ਤਾਂ ਜਿਹੜੀਆਂ ਉਹ ਖੜੀਆਂ ਹੋਣਗੀਆਂ। ਜੇ ਦਿੱਲੀ ਇਹਨਾਂ ਨੇ ਚਫੇਰਿਓਂ ਜਿਹੜੀ ਉਹ ਕੈਦ ਕਰ ਲਈ ਇੱਕ ਕਿਸਮ ਦੇ ਨਾਲ, ਜਿੰਨੇ ਰਾਹ ਕਹਿੰਦੇ ਜਾਂਦੇ ਉਹਨਾਂ ਦੇ ਉੱਤੇ ਕਿਸਾਨ ਆ ਕੇ ਬਹਿ ਗਏ ਤੇ ਦਿੱਲੀ ਦਾ ਜਿਹੜਾ ਵੀ ਉਹ ਰੋਟੀ ਪਾਣੀ ਬੰਦ ਹੋ ਜਾਣਾ ਇੱਕ ਕਿਸਮ ਦੇ ਨਾਲ। ਨਾ ਕੋਈ ਦਿੱਲੀੋਂ ਬਾਹਰ ਆ ਸਕੇ, ਨਾ ਬਾਹਰੋਂ ਦਿੱਲੀ ਦੇ ਵਿੱਚ ਜਿਹੜਾ ਉਹ ਜਾ ਸਕੇ। ਜਿਹੜੇ ਦਿੱਲੀ ਦੇ ਕੇਂਦਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ, ਉਹਨੇ ਜਿਹੜੇ ਕਿਸਾਨ ਸੰਘਰਸ਼ ਕਮੇਟੀ ਆ ਜਿਹੜੀ ਭਾਰਤ ਪੱਧਰ ਦੇ ਉੱਤੇ ਬਣੀ ਹੋਈ, ਉਹਦੇ ਆਗੂ ਪ੍ਰੇਮ ਸਿੰਘ ਗਹਿਲਾਵਤ ਨੂੰ ਲਿਖੀ ਚਿੱਠੀ ਦੇ ਵਿੱਚ ਇਹਦੀ ਜਾਣਕਾਰੀ ਜਿਹੜੀ ਦਿੱਤੀ ਹੈ। ਇਹ ਕਿਹਾ ਕਿ ਕਾਨੂੰਨ ਵਿਵਸਥਾ, ਆਵਾਜਾਈ ਦੇ ਵਿੱਚ ਵਿਘਨ ਤੇ ਸਭ ਤੋਂ ਵੱਡਾ ਐਕਸਕਿਊਜ਼ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 15 ਤੋਂ 27 ਨਵੰਬਰ ਤੱਕ ਰਾਮਲੀਲਾ ਗਰਾਊਂਡ ਦੇ ਵਿੱਚ ਇਕੱਠੇ ਹੋਣ ਦੀ ਦਿੱਤੀ ਗਈ ਅਰਜ਼ੀ ਰੱਦ ਕੀਤੀ ਜਾਂਦੀ ਹੈ। ਇਹ ਕਾਨੂੰਨ ਵਿਵਸਥਾ, ਆਵਾਜਾਈ 'ਚ ਵਿਘਨ ਤੇ ਕੋਰੋਨਾ ਵਾਇਰਸ ਉਦੋਂ ਨਹੀਂ ਹੁੰਦਾ ਜਦੋਂ ਸਿਆਸੀ ਰੈਲੀਆਂ ਜਿਹੜੀਆਂ ਉਹ ਹੁੰਦੀਆਂ ਨੇ। ਜੰਤਰ ਮੰਤਰ ਦੇ ਉੱਤੇ ਵੀ ਰੈਲੀ ਕਰਨ ਦੀ ਇਜਾਜ਼ਤ ਜਿਹੜੀ ਉਹ ਨਹੀਂ ਸੀ ਦਿੱਤੀ ਗਈ, ਉੱਥੋਂ ਵੀ ਬੇਨਤੀ ਜਿਹੜੀ ਸੀ ਉਹ ਰੱਦ ਕੀਤੀ ਗਈ ਸੀ। ਔਰ ਨਵੇਂ ਜਿਹੜੇ ਵੀ ਉਹ ਐਕਸਕਿਊਜ਼ ਬਣਾਏ ਜਾ ਰਹੇ ਨੇ। ਅਜੇ ਕਿਉਂਕਿ ਕੁਝ ਦਿਨ ਪਏ ਨੇ, ਕੁਝ ਹੋਰ ਇਸੇ ਤਰ੍ਹਾਂ ਦੇ ਐਕਸਕਿਊਜ਼ ਜਿਹੜੇ ਜੀ ਉਹ ਸਾਹਮਣੇ ਆਉਣਗੇ। ਕਿਸਾਨ ਇਸ ਗੱਲ ਦੇ ਵਾਸਤੇ ਜਿੱਦ ਨੇ ਕਿ ਉਹ 26 ਤੇ 27 ਤਰੀਕ ਨੂੰ ਦਿੱਲੀ ਵੱਲ ਨੂੰ ਤੁਰਨਗੇ। ਜਿੱਥੇ ਰੋਕਿਆ ਗਿਆ ਉੱਥੇ ਸੜਕਾਂ ਰੋਕ ਕੇ ਜਿਹੜਾ ਜੀ ਉਹ ਬਹਿ ਜਾਣਗੇ। ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਵੀ ਉਹ ਜਾਮ ਲੱਗ ਸਕਦੇ ਆ ਹਾਈਵੇਜ਼ ਦੇ ਉੱਤੇ ਜੇ ਉਹਨਾਂ ਨੂੰ ਰੋਕਿਆ ਗਿਆ। ਉਂਝ ਉਹ ਕਹਿੰਦੇ ਕਿ ਅਸੀਂ ਸੜਕਾਂ ਨਹੀਂ ਰੁਕਣੀਆਂ। ਦੂਜੇ ਪਾਸੇ ਜਿਹੜੀਆਂ ਕਈ ਜਥੇਬੰਦੀਆਂ ਨੇ ਜਿਹੜੀਆਂ ਸਿਆਸੀ ਤੌਰ ਦੇ ਉੱਤੇ ਵੀ ਕੰਮ ਕਰਦੀਆਂ ਨੇ ਮੁਲਕ ਭਰ ਦੇ ਵਿੱਚ, ਜਾਂ ਜਿਹੜੀ ਟ੍ਰੇਡ ਯੂਨੀਅਨ ਹੈ ਸਭ ਤੋਂ ਵੱਡੀ ਜਿਹੜੀ CTU ਹੈ, ਕੇਂਦਰੀ ਟ੍ਰੇਡ ਯੂਨੀਅਨ, ਤੇ ਕਈ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਨੇ ਜਿਨ੍ਹਾਂ ਦੀ ਆਨਲਾਈਨ ਮੀਟਿੰਗ ਹੋਈ ਆ, ਇਹਨਾਂ ਸਾਰੀਆਂ ਨੇ ਇਹ ਫੈਸਲਾ ਕੀਤਾ ਕਿ 26 ਨਵੰਬਰ ਨੂੰ ਦੇਸ਼ ਵਿਆਪੀ ਹੜਤਾਲ ਤੇ ਚੱਕਾ ਜਾਮ ਜਿਹੜਾ ਜੀ ਇਹਦੇ ਬਾਰੇ ਗੱਲਬਾਤ ਕੀਤੀ ਗਈ। ਔਰ ਇਹ ਕਿਹਾ ਗਿਆ ਕਿ ਕੇਂਦਰ ਦੀ ਸਰਕਾਰ ਦੀਆਂ ਲੋਕਾਂ ਤੇ ਮਜ਼ਦੂਰ ਵਿਰੋਧੀ, ਦੇਸ਼ ਵਿਰੋਧੀ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ ਹਰ ਵਰਗ ਇਕਜੁੱਟ ਹੋ ਰਿਹਾ ਤੇ ਇਸ ਕਰਕੇ ਇਹਨਾਂ ਦੇ ਵੱਲੋਂ ਜਿਹੜਾ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਹੈ ਉਹਨੂੰ ਸਮਰਥਨ ਜਿਹੜਾ ਜੀ ਉਹ ਦਿੱਤਾ ਗਿਆ। ਇਹ ਬੜੀ ਵੱਡੀ ਜਿਹੜੀ ਜੀ ਉਹ ਡਿਵੈਲਪਮੈਂਟ ਕਹੀ ਜਾ ਸਕਦੀ ਹੈ 26-27 ਦੇ ਇਸ ਅੰਦੋਲਨ ਦੇ ਬਾਰੇ ਦੇ ਵਿੱਚ। ਅਜੇ ਕਿਉਂਕਿ ਦਿਨ ਪਏ ਆ ਔਰ ਉਦੋਂ ਤੱਕ ਕਈ ਹੋਰ ਜਿਹੜੀਆਂ ਜਥੇਬੰਦੀਆਂ ਉਹ ਕਿਸਾਨਾਂ ਦੇ ਇਸ 26-27 ਦੇ ਅੰਦੋਲਨ ਦੀ ਹਮਾਇਤ ਕਰ ਸਕਦੀਆਂ ਨੇ। ਅੱਜ ਉਦੋਂ ਵੈਸੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਆ, ਉਹਦੇ ਵਿੱਚ 26-27 ਦਾ ਜਿਹੜਾ ਦਿੱਲੀ ਜਾਣ ਵਾਲਾ ਇਹਦੀ ਤਿਆਰੀ ਸੰਬੰਧੀ ਹੀ ਪ੍ਰੋਗਰਾਮ ਉਲੀਕੇ ਜਾਣਗੇ। ਔਰ ਇਹ ਵੀ ਕਿਹਾ ਜਾ ਰਿਹਾ ਕਿ 21 ਤਰੀਕ ਨੂੰ ਸ਼ਾਇਦ ਕੇਂਦਰ ਦੀ ਸਰਕਾਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਵਾਰੀ ਫੇਰ ਗੱਲਬਾਤ ਕਰ ਸਕਦੀ ਹੈ। ਹਾਂਜੀ, ਦੇਖਣਾ ਤਾਂ ਹੋਊਗਾ ਵੀ ਗੱਲ ਕਰਦੀ ਆ ਕਿਹੜੇ ਪਾਸੇ ਲਾਉਂਦੀ ਹੈ। ਤੇ ਅੱਗੇ ਗੱਲ ਕਰਦੇ ਹਾਂ ਅਕਾਲ ਤਖਤ ਦੇ ਜਥੇਦਾਰ ਦੀ। ਉਸਨੇ ਕੇਂਦਰ ਸਰਕਾਰ ਨੂੰ EVM ਮਸ਼ੀਨ ਕਿਹਾ। ਜਿਹੜੀ ਕੱਲ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ
ਜਿਹੜਾ ਜੀ ਉਹ ਮਨਾਇਆ ਜਾ ਰਿਹਾ ਸਥਾਪਨਾ ਸ਼ਤਾਬਦੀ ਵਰ੍ਹਾ। ਵੈਸੇ ਜੇ ਤੁਸੀਂ ਪਿਛਲੇ ਕੁਝ ਸਮੇਂ ਤੋਂ ਨੋਟ ਜਿਹੜਾ ਜੀ ਕੀਤਾ ਹੋਵੇ, 8-10 ਸਾਲਾਂ ਤੋਂ ਨਾ ਤਾਂ ਅਕਾਲੀ ਦਲ ਨੂੰ ਆਪਣਾ ਸ਼ਤਾਬਦੀ ਵਰ੍ਹਾ ਜਿਹੜਾ ਜੀ ਉਹ ਮਨਾਉਣ ਦਾ ਚੇਤਾ ਆਇਆ, ਨਾ ਜਿਹੜਾ ਸੀਗਾ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ 98 ਸਾਲਾ 99 ਸਾਲਾ ਸ਼ਤਾਬਦੀ ਵਰ੍ਹਾ ਜਿਹੜਾ ਸੀਗਾ ਜੀ ਉਹ ਚੇਤੇ ਆਇਆ। ਕਿਉਂਕਿ ਜਦੋਂ ਕੋਈ ਵਿਅਕਤੀ ਤਾਕਤ ਦੇ ਨਸ਼ੇ ਦੇ ਵਿੱਚ ਹੁੰਦਾ ਜੀ ਫਿਰ ਉਹਨੂੰ ਇਹੋ ਜਿਹੀਆਂ ਚੀਜ਼ਾਂ ਨਹੀਂ ਯਾਦ ਰਹਿੰਦੀਆਂ। ਜਦੋਂ ਅਕਾਲੀ ਦਲ ਹਾਰ ਗਿਆ 17 ਦੇ ਵਿੱਚ, ਉਦੋਂ ਬਾਅਦ ਉਹਨੂੰ ਇਹ ਵਰ੍ਹੇ ਜਿਹੜੇ ਸੀ ਉਹ ਹੌਲੀ ਹੌਲੀ ਕਰਕੇ ਚੇਤੇ ਆਉਣੇ ਸ਼ੁਰੂ ਜਿਹੜੇ ਸੀ ਉਹ ਹੋ ਗਏ। ਜਿਹੜਾ ਇੱਥੇ ਦਰਬਾਰ ਸਾਹਿਬ ਸਮੂਹ ਦੇ ਵਿੱਚ ਮਨਾਇਆ ਗਿਆ ਉਹਦੇ ਉੱਤੇ ਬਾਦਲ ਦਲ ਦਾ ਕਬਜ਼ਾ ਸੀਗਾ ਸਾਰੀ ਸਟੇਜ ਦੇ ਉੱਤੇ। ਅਕਾਲ ਤਖਤ ਦੇ ਜਥੇਦਾਰ ਐਜੂਕੇਟਡ ਨੇ, ਪੜ੍ਹੇ ਲਿਖੇ ਨੇ, ਕੁਝ ਪੁਰਾਣੇ ਜਥੇਦਾਰਾਂ ਵਰਗੇ ਨਹੀਂ, ਪਰ ਉਹਨਾਂ ਤੋਂ ਜਿਹੜੀਆਂ ਐਕਸਪੈਕਟੇਸ਼ਨ ਸਨ, ਜਿਹੜੀਆਂ ਉਮੀਦਾਂ ਸਨ, ਉਹ ਉਹਨਾਂ ਦੀ ਜਿਹੜੀ ਤਕਰੀਰ ਸੀ ਉਹਦੇ ਵਿੱਚ ਨਹੀਂ ਲੱਭੀਆਂ। ਜੇ ਤੁਸੀਂ ਵੀਡੀਓ ਦੇ ਰੂਪ ਦੇ ਵਿੱਚ ਸੁਣ ਲਓ ਤਾਂ ਉਹਨਾਂ ਦੀ ਤਕਰੀਰ ਦੇ ਵਿੱਚ ਜਿਹੜਾ ਜੀ ਉਹ ਕਾਲਾਪਨ ਤੇ ਕਿਤੇ ਨਾ ਕਿਤੇ ਕਨਫਿਊਜ਼ ਜਿਹੜਾ ਜੀ ਖਾਸ ਤੌਰ ਦੇ ਉੱਤੇ 328 ਸਰੂਪਾਂ ਦੇ ਮਾਮਲੇ ਦੀ ਜਦੋਂ ਉਹ ਗੱਲ ਕਰਦੇ ਆ, ਉਹ ਵੀਡੀਓ ਦੇ ਰੂਪ ਦੇ ਵਿੱਚ ਮੌਜੂਦ ਆ। ਔਰ ਉਹ ਇਹ ਗੱਲ ਇਹਦੇ ਵਿੱਚ ਕਹਿੰਦੇ ਆ ਕਿ ਇਹਨੂੰ ਧਾਰਮਿਕ ਮਸਲਾ ਕਹਿੰਦੇ ਬਣਾ ਲਿਆ ਗਿਆ। ਧਾਰਮਿਕ ਮਸਲਾ ਤਾਂ ਹੈ ਜੀ, ਇਦੋਂ ਉੱਪਰ ਧਾਰਮਿਕ ਮਸਲਾ ਕੀ ਹੋ ਸਕਦਾ ਹੈ? ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਧਾਰਮਿਕ ਮਸਲਾ ਜਿਹੜਾ ਜੀ ਨਾ ਹੋਵੇ। ਉਹ ਕਹਿੰਦੇ ਇਹ ਕਰਪਸ਼ਨ ਦਾ ਮਾਮਲਾ ਹੈ, ਇਹ ਬੇਅਦਬੀ ਦਾ ਮਾਮਲਾ ਨਹੀਂ। ਜਥੇਦਾਰ ਆਪ ਮੰਨਦੇ ਆ ਕਿ ਕਰਪਸ਼ਨ ਹੋਈ ਹੈ। ਜੇ ਕਰਪਸ਼ਨ ਹੋਈ ਹੈ ਤੇ ਫਿਰ ਇਹ ਇਨਕਾਰੀ ਕਿਉਂ ਹੋਏਗੀ ਕਾਨੂੰਨ ਮੁਤਾਬਕ ਉਸ ਕਰਪਸ਼ਨ ਨੂੰ ਰੋਕਣ ਦੇ ਵਾਸਤੇ? ਕਹਿੰਦੇ ਕਿ ਜਿਹੜੀ ਪੂਰੀ ਜਾਂਚ ਸੀਗੀ ਉਹ ਵੈਬਸਾਈਟ ਦੇ ਉੱਤੇ ਪਈ ਆ, ਪੜ੍ਹ ਲਓ। ਇਹ ਵੀ ਗੱਲ ਕਹਿੰਦੇ ਆ ਕਿ ਜਿੱਥੇ ਅਸੀਂ ਜਾਂਦੇ ਹਾਂ ਸਾਨੂੰ ਪੁੱਛਿਆ ਜਾਂਦਾ 328 ਸਰੂਪ ਵਾਲਾ ਮਾਮਲਾ ਕੀ ਹੈ। ਫਸੇ ਹੋਏ ਤਾਂ ਉਸ ਮਾਮਲੇ ਦੇ ਉੱਤੇ ਹੈਗੇ, ਮਤਲਬ ਕਿ ਹਰ ਜਗ੍ਹਾ ਦੇ ਉੱਤੇ ਪੁੱਛਿਆ ਜਾਂਦਾ। ਇਹ ਆਪ ਮੰਨ ਰਹੇ ਆ ਗੱਲ। ਜਿਹੜੀਆਂ ਕੁਝ ਅਹਿਮ ਗੱਲਾਂ ਇਹਦੇ ਵਿੱਚ ਜ਼ਿਕਰ ਕਰਨ ਉਹਨਾਂ ਨੇ, ਕਿਉਂਕਿ ਅਕਾਲੀ ਦਲ ਦੇ ਕਹੇ ਦੇ ਉੱਤੇ ਜਿਹੜਾ ਜੀ ਉਹਨਾਂ ਨੇ ਇਹ ਸਾਰਾ ਕੁਝ ਬੋਲਿਆ ਜਿਹੜਾ ਉਹਦੇ ਫਿਰਿਆ ਉਹਦੇ ਚੋਂ, ਜਿੱਥੋਂ ਉਹ ਇਹ ਕਹਿੰਦੇ ਆ ਕਿ ਅਕਾਲੀ ਦਲ ਦਾ ਦਸੰਬਰ ਮਹੀਨੇ ਦੇ ਵਿੱਚ 100 ਸਾਲਾ ਆਉਣ ਵਾਲਾ, ਤੇ ਉਹ ਕਹਿੰਦੇ ਜੀ ਇਹ ਪੰਥ ਨੂੰ ਜਿਹੜਾ ਜੀ ਪੰਥਕ ਸਰੂਪ ਜਿਹੜਾ ਜੀ ਉਹ ਧਾਰਨ ਕਰਨ ਵੀ, ਮਤਲਬ ਕਿ ਕਿਸੇ ਤਰੀਕੇ ਨਾਲ ਬਾਦਲ ਦਲ ਦਾ ਸਹਿਯੋਗ ਦਿਓ। ਅਕਾਲ ਤਖਤ ਤੇ ਜਥੇਦਾਰ ਦੀ ਸਪੀਚ ਦਾ ਬਹੁਤਾ ਭਾਵ ਜਿਹੜਾ ਜੀ ਉਹ ਇਹ ਸੀਗਾ। ਸੁਖਬੀਰ ਸਿੰਘ ਬਾਦਲ ਹੋਰੀ ਵੀ ਬੋਲੇ ਤੇ ਇੱਕ ਵਾਰੀ ਫਿਰ ਉਹਨਾਂ ਨੇ ਆਪਣਾ ਜਿਹੜਾ ਗਾਤਰਾ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਸਾਈਡ ਤੋਂ, ਤੇ ਉਹਨਾਂ ਨੇ ਪਾਇਆ ਹੋਇਆ ਇੱਥੇ ਵੀ ਉਹਨਾਂ ਨੇ ਇਹ ਅਖਵਾਇਆ ਵੀ ਪੰਥਕ ਸਰੂਪ ਜਿਹੜਾ ਜੀ ਉਹ ਧਾਰਨ ਕਰੇ ਅਕਾਲੀ ਦਲ। ਪੰਥਕ ਸਰੂਪ ਕਿਵੇਂ ਧਾਰਨ ਕਰੇ ਇਹਦੇ ਖੁਲਾਸਾ ਬਹੁਤਾ ਜਥੇਦਾਰ ਨੇ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਬਣੀ ਆ ਇਹ ਕੋਈ ਲੋਕਤੰਤਰੀ ਸਰਕਾਰ ਨਹੀਂ, ਇਹ EVM ਦੀ ਸਰਕਾਰ ਹੈ। EVM ਮਸ਼ੀਨਾਂ ਦੇ ਰਾਹੀਂ ਬਣੀ ਹੋਈ ਸਰਕਾਰ ਹੈ। ਤੇ ਫਿਰ ਮੇਰਾ ਖਿਆਲ ਜਥੇਦਾਰ ਸਾਹਿਬ ਨੂੰ ਇਹ ਵੀ ਦੱਸ ਦੇਣਾ ਚਾਹੀਦਾ ਸੀ ਵੀ ਦੋ ਜਾਣੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰੀ ਵੀ ਲੋਕਤੰਤਰੀ ਢੰਗ ਨਾਲ ਨਹੀਂ ਜਿੱਤੇ, ਉਹ ਵੀ EVM ਦੇ ਰਾਹੀਂ ਜਿਹੜਾ ਵੀ ਉਹ ਜਿੱਤੇ ਨੇ, ਤੇ ਉਹਨਾਂ ਨੂੰ ਉਹ ਮੈਂਬਰ ਪਾਰਲੀਮੈਂਟ ਮੰਨਦੇ ਨੇ ਜਾਂ ਨਹੀਂ। ਇੱਕ ਅਹਿਮ ਗੱਲ ਜਿਹੜੀ ਸੀਗੀ ਜਿਹੜੀ ਕਿ ਮੁਸ਼ਕਲ ਪੈਦਾ ਕਰ ਸਕਦੀ ਹੈ ਆਉਂਦੇ ਦਿਨਾਂ ਦੇ ਦੌਰਾਨ ਸਿੱਖ ਭਾਈਚਾਰੇ ਦੇ ਗਰੁੱਪਾਂ ਦੇ ਵਿੱਚ, ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਕਿ ਜਿਹੜੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ਨੂੰ ਜਿੰਦਰੇ ਲਾਉਂਦੇ ਆ ਉਹਨਾਂ ਨੂੰ ਰੋਕਿਆ ਜਾਵੇ। ਇਹ ਕਿਹਾ ਕਿ ਜਿਹੜਾ ਅਕਾਲੀ ਦਲ ਹੈ ਉਹ ਪੁੱਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ਨੂੰ ਅੱਗੋਂ ਜਿੰਦਰੇ ਲਾਏ ਜਾਣ ਤਾਂ ਇਹਦੇ ਜਿਹੜੇ ਪੁੱਤ ਨੇ ਉਹ ਘਰਾਂ ਦੇ ਵਿੱਚ ਵੜ ਕੇ ਨਾ ਬੈਠਣ, ਬਾਹਰ ਨਿਕਲ ਕੇ ਆਉਣ ਤੇ ਇਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਜਿੰਦਰੇ ਲਾਉਣ ਵਾਲਿਆਂ। ਇਹ ਟਕਰਾਓ ਜਿਹੜਾ ਦੀ ਜੇ ਦੋਨਾਂ ਗਰੁੱਪਾਂ ਦੇ ਵਿਚਾਲੇ ਹੋ ਗਿਆ, ਪਹਿਲਾਂ ਵੀ ਜਿਹੜਾ ਟਕਰਾਓ ਹੋਇਆ ਖੂਨੀ ਟਕਰਾਓ ਸੀ ਉਹ, ਚਲੋ ਉਹਦੇ ਵਿੱਚ ਇੰਨਾ ਬਚਾਅ ਹੋ ਗਿਆ ਕਿ ਜਾਨੀ ਨੁਕਸਾਨ ਨਹੀਂ ਹੋਇਆ, ਘੱਟ ਵੀ ਕੋਈ ਨਹੀਂ ਹੋਈ। ਜਥੇਦਾਰ ਹੋਰਾਂ ਦਾ ਸਿੱਧਮ ਸਿੱਧਾ ਇਹ ਕਹਿਣਾ ਦੋ ਚੀਜ਼ਾਂ ਜਿਹੜੀਆਂ ਜੀ, ਇੱਕ ਤਾਂ ਜੇ ਇਹ ਕਰਪਸ਼ਨ ਹੋਈ ਹੈ ਤਾਂ ਇਹਦੇ ਲਈ ਕਾਨੂੰਨੀ ਰਾਹ ਕਿਉਂ ਨਹੀਂ ਇਖਤਿਆਰ ਕੀਤਾ ਗਿਆ। ਦੂਜੀ ਗੱਲ ਇਹ ਕਿ ਕਾਨੂੰਨ ਨੂੰ ਲਾਂਭੇ ਕਰਕੇ ਇਹ ਕਹਿਣਾ ਕਿ ਤੁਸੀਂ ਆ ਕੇ ਇਹ ਜਿੰਦਰੇ ਜਿਹੜੇ ਜੀ ਉਹ ਰੋਕੋ, ਤੇ ਇਹ ਵੀ ਕਾਨੂੰਨ ਜਿਹੜਾ ਜੀ ਉਹ ਆਪਣੇ ਹੱਥ ਦੇ ਵਿੱਚ ਲੈਣ ਦੇ ਵਾਸਤੇ ਇਸ਼ਾਰਾ ਉਹਨਾਂ ਨੇ ਜਿਹੜਾ ਜੀ ਇਹ ਕੀਤਾ। ਇਹ ਕਿਤੇ ਨਾ ਕਿਤੇ ਜੇ ਤੁਸੀਂ ਸਾਰੇ ਨੂੰ ਸਮਝੋ ਤਾਂ ਕੇਂਦਰ ਦੀ ਸਰਕਾਰ ਦੇ ਨਾਲ ਹੋਏ ਤੋੜ ਵਿਛੋੜੇ ਤੋਂ ਬਾਅਦ ਜੋ ਅਕਾਲੀ ਦਲ ਬਾਦਲ ਦਾ ਜਿਹੜਾ ਵੀ ਹਾਲ ਹੋ ਰਿਹਾ ਉਹਦੇ ਵਿੱਚ ਉਹ ਭਾਜਪਾ ਨੂੰ ਦੱਸਣ ਦੇ ਵਾਸਤੇ ਇਹ ਸਾਰਾ ਕੁਝ ਕਰ ਰਹੇ ਆ ਕਿ ਉਹਨਾਂ ਦੇ ਕੋਲੇ ਆਹ ਚੀਜ਼ਾਂ ਹੈਗੀਆਂ ਨੇ ਜਿਹਦੇ ਨਾਲ ਉਹ ਭਾਜਪਾ ਨੂੰ
ਆਉਂਦੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਪੈਰ ਪਸਾਰਨ ਤੋਂ ਰੋਕ ਸਕਦੇ ਨੇ। ਜੀ ਜੀ ਜੀ, ਸੁਨੇਹਾ ਦੇ ਰਹੇ ਸੀਗੇ ਜੀ। ਤੇ ਅੱਗੇ ਸਮੇਤ ਸੈਣੀ ਦੀ ਜੇ ਗੱਲ ਕਰੀਏ, ਉਸ ਦੀ ਜ਼ਮਾਨਤ ਦਾ ਫੈਸਲਾ ਰਾਖਵਾਂ ਰੱਖਿਆ ਗਿਆ। ਦੇਖੋ, ਇਹ ਫੈਸਲਾ ਕੀ ਆਉਣਾ ਆ, ਇਹ ਪਹਿਲਾਂ ਹੀ ਜਿਹੜਾ ਜੀ ਉਹ ਇਸ਼ਾਰਿਆਂ ਤੋਂ ਪਤਾ ਲੱਗ ਰਿਹਾ, ਕਿਉਂਕਿ ਜਿਨ੍ਹਾਂ ਨੇ ਇਹ ਕੇਸ ਉੱਥੇ ਸਟਰੋਂਗਲੀ ਜਿਹੜਾ ਜੀ ਉਹ ਲੜਨਾ ਹੁੰਦਾ, ਜਦੋਂ ਉਹ ਵੀ ਜਿਹੜਾ ਜੀ ਉਹ ਮਿਲੇ ਹੋਏ ਨੇ, ਫਿਰ ਤਾਂ ਪਤਾ ਹੀ ਹੈ ਜੀ ਕੀ ਹੋ ਸਕਦਾ। ਸੁਪਰੀਮ ਕੋਰਟ ਨੇ ਜਿਹੜੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 3 ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਦ ਭਰੇ ਹਾਲਾਤ ਦੇ ਵਿੱਚ ਲਾਪਤਾ ਕਰਨ ਤੇ ਕਤਲ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ DGP ਸਮੇਤ ਸੈਣੀ ਦੀ ਜਿਹੜੀ ਅਗਾਊਂ ਜ਼ਮਾਨਤ ਅਰਜ਼ੀ ਦੇ ਉੱਤੇ ਆਪਣਾ ਫੈਸਲਾ ਜਿਹੜਾ ਜੀ ਉਹ ਰਾਖਵਾਂ ਰੱਖਿਆ। ਸਮੇਤ ਸੈਣੀ ਦੇ ਖਿਲਾਫ ਮਟੌਰ ਥਾਣੇ ਦੇ ਵਿੱਚ 302, 364 ਸਣੇ ਸਖਤ ਧਾਰਾਵਾਂ ਦੇ ਤਹਿਤ ਜਿਹੜੇ ਅਪਰਾਧਿਕ ਕੇਸ ਦਰਜ ਹੈ। ਇਹਨੂੰ ਕਿਉਂਕਿ ਜਿਹੜੀਆਂ ਚੀਜ਼ਾਂ ਦੱਸੀਆਂ ਜਾਣੀਆਂ ਸੀ ਉਹ ਨਹੀਂ ਜਿਹੜੀਆਂ ਵੀ ਉੱਥੇ ਦੱਸੀਆਂ ਗਈਆਂ। ਸਮੇਤ ਸੈਣੀ ਨੂੰ ਪਹਿਲਾਂ ਦਿੱਤੀ ਆਰਜ਼ੀ ਜ਼ਮਾਨਤ ਨੂੰ ਬਰਕਰਾਰ ਰੱਖਦਿਆਂ ਫੈਸਲਾ ਰਾਖਵਾਂ ਰੱਖਿਆ ਗਿਆ। ਸਾਬਕਾ DGP ਨੇ ਆਪਣੇ ਵਕੀਲ ਦੇ ਰਾਹੀਂ ਸੁਪਰੀਮ ਕੋਰਟ ਦੇ ਵਿੱਚ 2 ਵੱਖ-ਵੱਖ ਪਟੀਸ਼ਨਾਂ ਦਾਇਰ ਕਰਕੇ ਉਹਦੇ ਖਿਲਾਫ ਮਟੌਰ ਥਾਣੇ ਦੇ ਵਿੱਚ ਦਰਜ ਅਪਰਾਧ ਕੇਸ ਨੂੰ ਮੁੱਢੋਂ ਰੱਦ ਕਰਨ ਤੇ ਪੱਕੀ ਜ਼ਮਾਨਤ ਦੇਣ ਦੀ ਜਿਹੜੀ ਐਪਲੀਕੇਸ਼ਨ ਲਾਈ ਹੈ। ਪਟੀਸ਼ਨ ਦੇ ਵਿੱਚ ਆਖਿਆ ਗਿਆ ਕਿ ਉਹਦੇ ਖਿਲਾਫ ਮਟੌਰ ਥਾਣੇ 'ਚ 29 ਸਾਲ ਬਾਅਦ ਦਰਜ ਕੀਤਾ ਮਾਮਲਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ। ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਉੱਤੇ ਹਾਈ ਕੋਰਟ ਦੇ ਹੁਕਮਾਂ ਤੇ CBI ਨੇ ਵੀ ਅਪਰਾਧਿਕ ਕੇਸ ਦਰਜ ਕੀਤਾ ਸੀ, ਪਰ ਕੇਸ ਦੀ ਸੁਣਵਾਈ ਦੇ ਦੌਰਾਨ CBI ਉਹਦੇ ਖਿਲਾਫ ਠੋਸ ਸਬੂਤ ਨਹੀਂ ਪੇਸ਼ ਕਰ ਸਕੀ, ਜਿਹਦੇ ਕਰਕੇ ਸੁਪਰੀਮ ਕੋਰਟ ਨੇ CBI ਵੱਲੋਂ ਉਹਦੇ ਖਿਲਾਫ ਦਰਜ FIR ਨੂੰ ਰੱਦ ਕਰ ਦਿੱਤਾ ਸੀ। ਹੁਣ ਅਰਸੇ ਤੋਂ ਬਾਅਦ ਉਹਨੇ ਪਲੀ ਲਈ ਹੈ ਕਿ ਮੁਹਾਲੀ ਪੁਲਿਸ ਨੇ ਪੁਰਾਣੇ ਦੋਸ਼ਾਂ ਦੇ ਤਹਿਤ ਉਹਦੇ ਖਿਲਾਫ ਕੇਸ ਦਰਜ ਜਿਹੜਾ ਜੀ ਉਹ ਕੀਤਾ। ਸਰਕਾਰੀ ਵਕੀਲ ਅਦਾਲਤ ਦੇ ਵਿੱਚ ਪਹਿਲਾਂ ਇਹ ਦਾਅਵਾ ਕਰ ਚੁੱਕਿਆ ਕਿ ਇਸ ਮਾਮਲੇ ਦੇ ਵਿੱਚ ਸੈਣੀ ਦੇ ਖਿਲਾਫ ਸਰਕਾਰ ਤੇ ਪੰਜਾਬ ਪੁਲਿਸ ਦੇ ਕੋਲੇ ਠੋਸ ਸਬੂਤ ਨੇ, ਉਹਨੂੰ ਕੋਈ ਰਾਹਤ ਜਿਹੜੀ ਦੀ ਉਹ ਨਾ ਦਿੱਤੀ ਜਾਵੇ। ਸੈਣੀ ਨੇ ਕੇਸ ਰੱਦ ਕਰਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਹਾਈ ਕੋਰਟ ਨੇ ਉਹਦੀ ਇਹ ਅਪੀਲ ਖਾਰਜ ਜਿਹੜੀ ਦੀ ਉਹ ਕਰਤੀ ਸੀ, ਜਿਹਦੇ ਕਰਕੇ ਉਹ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ। ਸੁਪਰੀਮ ਕੋਰਟ ਨੇ ਇਹਦੇ ਵਿੱਚ ਇੱਕ ਅਹਿਮ ਟਿੱਪਣੀ ਜਿਹੜੀ ਕੀਤੀ, ਜਿਹੜੀ ਕਿ ਇਸ ਦੇ ਆਉਣ ਵਾਲੇ ਸੰਭਾਵੀ ਫੈਸਲੇ ਵੱਲ ਇਸ਼ਾਰਾ ਕਰਦੀ ਹੈ ਕਿ 29 ਸਾਲ ਤੋਂ ਬਾਅਦ ਏਡੀ ਕੀ ਕਾਹਲੀ ਪੈ ਗਈ ਕਿ ਸਾਬਕਾ DGP ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰਨ ਦੀ ਕਾਹਲੀ ਪੁਲਿਸ ਜਿਹੜੀ ਆ ਉਹ ਵਿਖਾ ਰਹੀ ਆ। ਜਿਵੇਂ ਉਹਨੇ ਪਲੀ ਲਈ ਆ ਕਿ ਉਹਦੇ ਤੇ ਪਹਿਲਾਂ ਵੀ ਕੇਸ ਇਹ ਦਰਜ ਹੋਇਆ ਸੀ ਤੇ ਸੁਪਰੀਮ ਕੋਰਟ ਨੇ ਉਹਨੂੰ ਰਾਹਤ ਦੇ ਦਿੱਤੀ ਸੀ ਇਸ ਕੇਸ ਦੇ ਮਾਮਲੇ 'ਚ। ਪੰਜਾਬ ਸਰਕਾਰ ਦੇ ਵਕੀਲਾਂ ਦੀ ਫੌਜ ਜਿਹੜੀ ਕੇਸ ਹਾਰਨ ਵਾਲੀ ਫੌਜ ਹੈ, ਉਹਨੇ ਜਿਹੜਾ ਦੀ ਇਹ ਦੱਸਣ ਦੇ ਵਿੱਚ ਉਹ ਸਫਲ ਨਹੀਂ ਹੋ ਸਕੀ, ਜਿੱਥੋਂ ਤੱਕ ਲੱਗ ਰਿਹਾ ਕਿ ਉਦੋਂ ਦੇ ਵਿੱਚ ਤੇ ਹੁਣ ਦੇ ਵਿੱਚ ਫਰਕ ਕੀ ਹੈ। 5 ਚਸ਼ਮਦੀਦ ਗਵਾਹ ਇਸ ਮਾਮਲੇ ਦੇ ਵਿੱਚ ਹੁਣ ਜਦੋਂ ਦੁਬਾਰਾ ਇਹ ਕੇਸ ਹੋਇਆ ਉਹ ਸਾਹਮਣੇ ਆ ਚੁੱਕੇ ਨੇ, ਜਿਹੜੇ ਕਿ ਵੱਖ-ਵੱਖ ਹੋਰ ਮਾਮਲਿਆਂ ਦੇ ਵਿੱਚ ਉਸ ਵੇਲੇ ਸੈਕਟਰ 17 ਦੇ ਥਾਣੇ ਦੇ ਵਿੱਚ ਸਨ, ਜਿਨ੍ਹਾਂ ਨੇ ਬਲਵੰਤ ਸਿੰਘ ਮੁਲਤਾਨੀ ਦੇ ਉੱਤੇ ਹੁੰਦਾ ਅੰਨਾ ਤਸ਼ੱਦਦ ਵੇਖਿਆ ਸੀ। ਇਸ ਤੋਂ ਇਲਾਵਾ 2 ਜਿਹੜੇ ਸਬ ਇੰਸਪੈਕਟਰ ਜਿਹੜੇ ਕਿ ਉਦੋਂ ਇੱਥੇ ਤਾਇਨਾਤ ਸਨ, ਹੁਣ ਉਹ ਰਿਟਾਇਰਡ ਨੇ, ਇਹ ਦੋਨੋਂ ਵਾਅਦਾ ਮਾਫ ਗਵਾਹ ਬਣੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਕਿਵੇਂ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕ ਕੇ ਲਿਆਂਦਾ ਸੀ ਤੇ ਕਿਵੇਂ ਉਹਦੇ ਉੱਤੇ ਤਸ਼ੱਦਦ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ। ਇਹ ਸਭ ਤੋਂ ਅਹਿਮ ਕੜੀਆਂ ਨੇ ਇਸ ਕੇਸ ਦੀਆਂ। ਹੁਣ ਇਹ ਪੇਸ਼ ਕਿਵੇਂ ਕਰਨੀਆਂ ਸੀ ਸਣੇ ਜਿਹੜਾ ਦੀ ਸਬੂਤਾਂ ਦੇ, ਉਹ ਪੇਸ਼ ਕਰਨੀਆਂ ਸੀ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ, ਔਰ ਜਿੰਨਾ ਸਟਰੋਂਗਲੀ ਇਹ ਕੇਸ ਪੇਸ਼ ਹੋਣਾ ਚਾਹੀਦਾ ਸੀ ਉਹਨਾਂ ਸਟਰੋਂਗਲੀ ਕੇਸ ਇਹ ਪੇਸ਼ ਨਹੀਂ ਕੀਤਾ ਗਿਆ। ਕਿਉਂ? ਪਤਾ ਸਭ ਨੂੰ ਆ ਜੀ ਕਿ ਇਹ ਨਹੀਂ ਹੈਗਾ ਕਿ ਇੱਕ ਪਾਰਟੀ ਜਿਹੜਾ ਅਕਾਲੀ ਦਲ ਬਾਦਲ ਹੈ ਉਹਦੀ ਪਿੱਠ ਦੇ ਉੱਤੇ ਖੜਾ ਸਮੇਤ ਸੈਣੀ ਦੇ, ਜਿਨ੍ਹਾਂ ਨੇ ਕਈ ਅਫਸਰਾਂ ਨੂੰ ਉਲੰਘ ਕੇ ਉਹਨੂੰ DGP ਬਣਾਇਆ ਸੀ, ਬਲਕਿ ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹ ਵੀ ਉਹਦੀ ਪਿੱਠ ਦੇ ਉੱਤੇ ਕਿਤੇ ਨਾ ਕਿਤੇ ਖੜੀ ਹੈ। ਬਿਲਕੁਲ ਜੀ, ਸੱਤਾਧਾਰੀ ਤੇ ਅਕਾਲੀ ਕੋਈ ਵੱਖ-ਵੱਖ ਥੋੜ੍ਹੀ ਆ, ਇੱਕੋ ਹੀ ਹੈਗੀ। ਤਾਂ ਕਿ ਸਿਮਰਜੀਤ ਬੈਂਸ ਦੀ ਕੱਲ੍ਹ ਗੱਲ ਕੀਤੀ ਸੀਗੀ ਕਿ ਚਿੱਠੀ ਘੁੰਮਦੀ ਆ ਤੇ ਉਸਨੇ ਦੋਸ਼ ਤਾਂ ਨਕਾਰ ਦਿੱਤੇ ਆ, ਪਰ ਪੁਲਿਸ ਵੱਲੋਂ ਜਾਂਚ ਇਹ ਜਿਹੜੀ ਚਿੱਠੀ ਹੈ ਜੀ, ਮੈਂ ਕੱਲ ਵੀ ਦੱਸਿਆ ਸੀਗਾ ਕਿ ਇੱਕ ਔਰਤ ਦੇ ਵੱਲੋਂ ਜਿਹੜੀ ਦਿੱਤੀ ਗਈ ਆ ਸੀਨੀਅਰ ਪੁਲਿਸ ਆਫਿਸਰਸ ਨੂੰ, ਔਰ ਜਿਹਦੇ ਵਿੱਚ ਉਹਨੇ ਜਬਰ ਜਨਾਹ ਦੇ ਦੋਸ਼ ਜਿਹੜੇ ਜੀ ਉਹ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਲਾਏ ਨੇ। ਜਿਹੜੀ ਉਹ ਕਹਾਣੀ ਦੱਸ ਰਹੀ ਹੈ ਕਿ ਉਹਦਾ ਕੋਈ ਪਲਾਟ ਵਗੈਰਾ ਸੀਗਾ ਤੇ ਉਹ ਵਿਕ ਗਿਆ, ਵਿਕਵਾ ਦਿੱਤਾ, ਉਹਨੂੰ ਬਾਰ-ਬਾਰ ਜਿਹੜਾ ਦੀ ਉਹ ਸੱਦਿਆ ਗਿਆ
ਅਜਿਹੇ ਜਿਹੜੇ ਦੀ ਉਹ ਦੋਸ਼ ਉਹਨੇ ਲਾਏ ਨੇ। ਪੁਲਿਸ ਦੇ ਵੱਲੋਂ ਇਹਦੀ ਜਿਹੜੀ ਦੀ ਉਹ ਜਾਂਚ ਕੀਤੀ ਜਾ ਰਹੀ ਹੈ, ਜਿੰਨਾ ਜਿਹੜਾ ਦੀ ਉਹ ਪਤਾ ਲੱਗਿਆ ਕਿ ਇਹਦੀ ਛਾਣਬੀਣ ਜਿਹੜੀ ਉਹ ਕੀਤੀ ਜਾ ਰਹੀ ਆ। ਅੱਗੋਂ ਕੀ ਸਟੈਪ ਪੁਲਿਸ ਜਿਹੜੀ ਉਹ ਲੈਂਦੀ ਆ, ਇਹਦੇ ਅੱਜ ਭਲਕ ਜਿਹੜਾ ਦੀ ਉਹ ਸਾਹਮਣੇ ਆ ਜਾਣ ਦੀ ਆਸ ਹੈ ਕਿ ਇਹਦੇ ਇਸ ਸ਼ਿਕਾਇਤ ਦੇ ਵਿੱਚ ਕਿੰਨਾ ਦਮ ਹੈ, ਕਿੰਨੇ ਉਹਨੇ ਸਬੂਤ ਜਿਹੜੇ ਦੀ ਉਹ ਲਾਏ ਨੇ। ਵੈਸੇ ਉਹਦੀ ਜਿਹੜੀ ਚੈਟ ਹੈ ਉਹ ਵੀ ਘੁੰਮਦੀ ਆ ਸੋਸ਼ਲ ਮੀਡੀਆ ਦੇ ਉੱਤੇ। ਉਹਦੀ ਜਿਹੜੀ ਇੱਕ ਕਾਲ ਹੈ ਜਿਹਦੇ ਵਿੱਚ ਸਿਮਰਜੀਤ ਬੈਂਸ ਦੇ ਨਾਲ ਉਹ ਗੱਲਬਾਤ ਜਿਹੜੀ ਦੀ ਸਿਮਰਜੀਤ ਬੈਂਸ ਹੀ ਉਹਨੂੰ ਫੋਨ ਕਰ ਰਿਹਾ ਐਕਚੁਅਲੀ, ਉਹ ਵੀ ਕਾਲ ਜਿਹੜੀ ਹੈ ਜੀ ਉਹ ਘੁੰਮ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ। ਸਿਮਰਜੀਤ ਸਿੰਘ ਬੈਂਸ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਉਹਦੇ ਉੱਤੇ ਲੱਗੇ ਇਹ ਜਿਹੜੇ ਦੋਸ਼ ਨੇ ਇਹ ਬੇਬੁਨਿਆਦ ਨੇ। ਇਹ ਵੀ ਕਿਹਾ ਕਿ ਉਹਦੇ ਉੱਤੇ ਦੋਸ਼ ਕੋਈ ਪਹਿਲੀ ਵਾਰੀ ਨਹੀਂ ਲੱਗੇ, ਕਦੇ ਉਹਦਾ ਨਾਮ ਜਿਹੜਾ ਜੀ ਉਹ ਚਿੱਟਾ ਵੇਚਣ ਵਾਲਿਆਂ ਦੇ ਨਾਲ ਜੋੜ ਦਿੱਤਾ ਜਾਂਦਾ ਹੈ, ਕਦੇ ਉਹਨੂੰ ਟੈਕਸ ਚੋਰ, ਕਦੇ ਉਹਨੂੰ ਬਿਜਲੀ ਚੋਰ ਜਿਹੜਾ ਉਹ ਕਿਹਾ ਜਾਂਦਾ। ਉਹ ਕਹਿੰਦਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ, ਸਰਕਾਰਾਂ ਨੇ ਜਿਹੜੀਆਂ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਉੱਤੇ ਇੱਦਾਂ ਦੇ ਦੋਸ਼ ਜਿਹੜੇ ਜੀ ਉਹ ਲਾਉਂਦੀਆਂ ਰਹਿੰਦੀਆਂ ਨੇ। ਉਹ ਕਹਿੰਦਾ ਕਿ ਜਾਂਚ ਦੇ ਦੌਰਾਨ ਸੱਚ ਸਾਹਮਣੇ ਆ ਜਾਊਗਾ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਸ਼ਿਕਾਇਤ ਜਿਹੜੀ ਔਰਤ ਆ ਉਹਨੇ ਕਿਸੇ ਦੀ ਸ਼ਹਿ ਦੇ ਉੱਤੇ ਕੀਤੀ ਹੈ। ਇੱਕ ਹੋਰ ਜਿਹੜਾ ਬਿਆਨ ਜਿਹੜਾ ਟਾਈਪ ਹੋਇਆ ਬਿਆਨ ਹੈ ਉਹ ਵੀ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਰਾਤ ਦਾ ਘੁੰਮ ਰਿਹਾ। ਇਹ ਪੁਰਾਣੀ ਦੇਸ਼ ਦਾ ਜਿਹੜਾ ਜੀ ਬਿਆਨ ਹੈ, ਜਿਹਦਾ ਜ਼ਿਕਰ ਸਿਮਰਜੀਤ ਬੈਂਸ ਨੇ ਆਪਣੇ ਇਸ ਪ੍ਰਤੀਕਰਮ ਦੇ ਵਿੱਚ ਵੀ ਕੀਤਾ। ਉਹ ਇਹ ਕਹਿੰਦਾ ਕਿ ਕੁਝ ਸਮਾਂ ਪਹਿਲਾਂ ਵੀ ਇਸੇ ਔਰਤ ਨੇ ADCP ਦੇ ਕੋਲ ਇੱਕ ਸ਼ਿਕਾਇਤ ਕੀਤੀ ਸੀ, ਫਿਰ ਉੱਥੋਂ ਲਿਖਤੀ ਰੂਪ ਦੇ ਵਿੱਚ ਮਾਫੀ ਮੰਗ ਲਈ ਤੇ ਇਹ ਵੀ ਮੰਨਿਆ ਕਿ ਸ਼ਿਕਾਇਤ ਝੂਠੀ ਹੈ। ਉਹ ਵੀ ਬਿਆਨ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਵਾਹਵਾ ਰਾਤ ਦਾ ਜਿਹੜਾ ਜੀ ਉਹ ਘੁਮਾਇਆ ਜਾ ਰਿਹਾ। ਕੁਝ ਲੋਕ ਇਹ ਕਿਉਂਕਿ ਤਰੀਕ ਦੇਖੀ ਤੋਂ ਬਿਨਾਂ ਉਹ ਇਹ ਕਹੀ ਜਾਂਦੇ ਆ ਕਿ ਇਹ ਔਰਤ ਨੇ ਹੁਣ ਵਾਲੇ ਬਿਆਨ ਦੇ ਮਾਮਲੇ 'ਚ ਮਾਫੀ ਮੰਗੀ ਹੈ। ਇਹ ਪੁਰਾਣਾ ਹੈ ਉਹਦਾ, ਕਿਉਂਕਿ ਜਿਹੜਾ ਰੌਲਾ ਚੱਲ ਰਿਹਾ, ਜਿਹੜਾ ਇਹਦੇ ਵਿੱਚ ਇੱਕ ਸੁਖਚੈਨ ਸਿੰਘ ਹੈ ਉਹਦੇ ਖਿਲਾਫ ਉਹਨੇ ਕੋਈ ਕੰਪਲੇਂਟ ਕੀਤੀ ਸੀ, ਜਿਹੜਾ ਪੁਰਾਣਾ ਬਿਆਨ ਹੈ। ਔਰ ਉਹ ਵੀ ਲੈਣ ਦੇਣ ਦਾ ਮਾਮਲਾ ਸੀਗਾ ਜੀ, ਇਸ ਤਰ੍ਹਾਂ ਦਾ ਨਹੀਂ, ਜਬਰ ਜਨਾਹ ਵਾਲਾ ਨਹੀਂ। ਉਹ ਜਿਹੜੇ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਸੀ, ਜਿਹਦੇ ਵਿੱਚ ਉਹ ਕਹਿੰਦੀ ਆ ਕਿ ਹੁਣ ਉਹਦੇ ਪੈਸੇ ਜਿਹੜੇ ਆ ਉਹ ਮਿਲ ਗਏ ਆ, ਪਹਿਲਾਂ ਜਿਹੜੇ ਉਹ ਨਹੀਂ ਸੀ ਮਿਲਦੇ। ਉਹਨੂੰ ਘੁਮਾਇਆ ਜਿਹੜਾ ਜੀ ਉਹ ਤੇਜ਼ੀ ਦੇ ਨਾਲ ਜਾ ਰਿਹਾ। ਇਹਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹਲਚਲ ਤਾਂ ਜਿਹੜੀ ਜੀ ਉਹ ਪੈਦਾ ਕਰ ਦਿੱਤੀ। ਔਰ ਅਜਿਹੇ ਜਿਹੜੇ ਕੇਸ ਨੇ ਜਿਹੜੇ ਹੁੰਦੇ ਨੇ ਉਹਨਾਂ ਦੇ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਖੜੇ ਹੋ ਗਏ ਜੀ ਸੋਸ਼ਲ ਮੀਡੀਆ ਦੇ ਉੱਤੇ। ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਸਮਰਥਕ ਤੇ ਵਿਰੋਧੀ ਉਹ ਆਪਸ ਦੇ ਵਿੱਚ ਭਿੜਦੇ ਵੀ ਵੱਖ-ਵੱਖ ਸਫ਼ਿਆਂ ਦੇ ਉੱਤੇ ਜਿਹੜਾ ਜੀ ਉਹ ਦੇਖੇ ਜਾ ਸਕਦੇ ਨੇ। ਹੱਕ ਵਾਲੇ ਹੱਕ ਦੀ ਗੱਲ ਕਰ ਰਹੇ ਨੇ, ਵਿਰੋਧੀ ਜਿਹੜੇ ਨੇ ਉਹ ਕਾਰਟੂਨ ਦੇ ਰੂਪ ਦੇ ਵਿੱਚ, ਫੋਟੋਆਂ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਈ ਕੁਝ ਕਮਾਈ ਫਿਰਦੇ ਨੇ ਜੀ। ਉਹਨਾਂ ਦੀ ਐਂਟਰਟੇਨਮੈਂਟ ਜ਼ਰੂਰ ਹੋ ਜਾਂਦੀ ਹੈ। ਅਤੇ ਬਿਹਾਰ ਚੋਣਾਂ ਦੀ ਜੇ ਗੱਲ ਕਰੀਏ, ਉਸ ਤੋਂ ਬਾਅਦ ਕਾਂਗਰਸ ਦਾ ਅੰਦਰੂਨੀ ਕਲੇਸ਼ ਵਧਿਆ। ਦੇਖੋ, ਜਿਹੜੀ ਕਾਂਗਰਸ ਹੈ ਉਹਨੇ ਜਿਸ ਤਰੀਕੇ ਦੇ ਨਾਲ ਬਿਹਾਰ ਦੀ ਚੋਣ ਲੜੀ ਵੀ ਇੱਕ ਸਾਜ਼ਿਸ਼ ਦੇ ਤਹਿਤ ਹਰੀ, ਜਾਂ ਤੁਸੀਂ ਇਹ ਕਹਿ ਲਓ ਵੀ ਜਦੋਂ ਲਾਸਟ ਦਿਨ ਸੀਗੇ ਉਦੋਂ ਰਾਹੁਲ ਗਾਂਧੀ ਹੋਰੀ ਪਹਾੜਾਂ ਤੇ ਚੜ੍ਹ ਗਏ ਛੁੱਟੀਆਂ ਕੱਟਣ ਦੇ ਵਾਸਤੇ, ਜਦੋਂ ਕਿ ਉੱਥੇ ਜਿਹੜਾ ਮੁਕਾਬਲਾ ਸੀਗਾ ਅਖੀਰਲੇ ਦਿਨਾਂ ਦੇ ਵਿੱਚ ਆਰ ਪਾਰ ਦੀ ਲੜਾਈ ਦਾ ਹੋਇਆ ਪਿਆ ਸੀ। ਆਰ ਪਾਰ ਦੀ ਲੜਾਈ ਇਉਂ ਕਿ ਜਿੰਨੀਆਂ ਸੀਟਾਂ RJD ਨੇ ਬਹੁਤ ਥੋੜੇ ਮਾਰਜਨ ਦੇ ਉੱਤੇ ਹਾਰੀਆਂ ਨੇ, ਉਹ ਸੀਟਾਂ ਦੀ ਗਿਣਤੀ ਕੋਈ 26 ਦੇ ਕਰੀਬ ਹੈ। ਜੇ ਉਹ ਲਾਸਟ ਦਿਨਾਂ ਦੇ ਵਿੱਚ ਜਿਵੇਂ ਤੇਜਸਵੀ ਯਾਦਵ ਲੜਿਆ ਇਹਨੂੰ ਚੋਣ ਨੂੰ, ਜਾਂ ਸੱਜੇ ਖੱਬੇ ਲੜੇ ਆ, ਜੇ ਕਾਂਗਰਸ ਉਸ ਤਰੀਕੇ ਦੇ ਨਾਲ ਲੜਦੀ ਤੇ ਅੱਜ ਹਾਲਾਤ ਜਿਹੜੇ ਵੀ ਉਹ ਕੁਛ ਹੋਰ ਹੁੰਦੇ। ਪਰ ਰਾਹੁਲ ਗਾਂਧੀ ਦੇ ਜਿਹੜੇ ਸਲਾਹਕਾਰ ਨੇ ਉਹ ਉਹਨੂੰ ਪਤਾ ਨਹੀਂ ਕੀ ਦੱਸਦੇ ਆ ਕੀ ਨਹੀਂ। ਇਹ ਕਿਹਾ ਜਾਂਦਾ ਹੈ ਕਿ ਜਾਣ ਬੁੱਝ ਕੇ ਤੇਜਸਵੀ ਯਾਦਵ ਕਿਤੇ ਵੱਡੇ ਲੀਡਰ ਵਜੋਂ ਨਾ ਉੱਭਰ ਜਾਵੇ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਇਸ ਚੋਣ ਨੂੰ ਲੜਿਆ ਹੀ ਨਹੀਂ ਸਹੀ ਮਾਇਨਿਆਂ 'ਚ। 70 ਸੀਟਾਂ ਵੀ ਲੈ ਲਈਆਂ, ਕਿਉਂਕਿ ਪਹਿਲਾਂ ਜਿਹੜੀ RJD ਸੀ ਉਹ 50 ਸੀਟਾਂ ਦਿੰਦੀ ਸੀ ਕਾਂਗਰਸ ਨੂੰ। ਕਾਂਗਰਸ ਅੜ ਗਈ ਵੀ ਨਹੀਂ, ਅਸੀਂ ਫਿਰ ਵੱਖਰਾ ਲੜਾਂਗੇ। ਜੇ 50 ਸੀਟਾਂ ਵੀ ਕਾਂਗਰਸ ਨੂੰ ਦਿੱਤੀਆਂ ਜਾਂਦੀਆਂ ਤੇ ਫਿਰ ਵੀ ਜਿਹੜੀ ਸੀ ਉਹ ਸਰਕਾਰ RJD ਬਣਾ ਸਕਦੀ ਸੀ ਜੇ ਉਹ ਹੋਰ 20 ਸੀਟਾਂ ਦੇ ਉੱਤੇ ਚੋਣ ਲੜਦੀ। ਪਰ ਉਹਨਾਂ ਨੇ ਦਰਿਆ ਦੇ ਲਈ ਜਿਹੜੀ ਵੀ ਜ਼ਰੂਰ ਵਿਖਾਈ। 70 ਸੀਟਾਂ ਦੇ ਵਿੱਚੋਂ ਸਿਰਫ 19 ਸੀਟਾਂ ਕਾਂਗਰਸ ਜਿਹੜੀ ਉਹ ਜਿੱਤ ਸਕੀ। ਹੁਣ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਜੀ ਕਪਿਲ ਸਿੱਬਲ ਦੀ ਓਪਨ ਜਿਹੜੀ ਟਿੱਪਣੀ ਹੈ, ਉਹਦੇ ਤੋਂ ਬਾਅਦ
ਕਾਂਗਰਸ ਦੇ ਅੰਦਰ ਜਿਹੜੀ ਵੀ ਇਹ ਕਲਾ ਜਿਹੜੀ ਸੀਗੀ ਉਹ ਫਿਰ ਇੱਕ ਵਾਰੀ ਵਧੀ ਹੈ। ਕਾਂਗਰਸ ਦੀ ਸਿਆਸੀ ਦਸ਼ਾ ਜਿਹੜੀ ਆ ਉਹਦੇ ਸੁਧਾਰ ਨੂੰ ਲੈ ਕੇ ਕਪਿਲ ਸਿੱਬਲ ਦੇ ਵੱਲੋਂ ਉਠਾਏ ਜਿਹੜੇ ਸਵਾਲ ਨੇ ਉਹਨਾਂ ਦੇ ਵਾਸਤੇ ਕਾਂਗਰਸ ਹਾਈ ਕਮਾਨ ਦੇ ਸਮਰਥਕ ਜਿਹੜੇ ਨੇਤਾ ਨੇ ਉਹ ਵੀ ਖੁੱਲ੍ਹ ਕੇ ਮੈਦਾਨ ਦੇ ਵਿੱਚ ਉਤਰ ਆਏ ਆ ਜੀ। ਇਹਨਾਂ ਨੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਜਗ੍ਹਾ ਦੇ ਉੱਤੇ ਕਪਿਲ ਸਿੱਬਲ ਦੀ ਘੇਰਾਬੰਦੀ ਜਿਹੜੀ ਵੀ ਉਹ ਸ਼ੁਰੂ ਕਰ ਦਿੱਤੀ ਹੈ। ਔਰ ਲੋਕ ਸਭਾ ਦੇ ਵਿੱਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਤੇ ਸਲਮਾਨ ਖੁਰਸ਼ੀਦ, ਰਾਜੀਵ ਸ਼ੁਕਲਾ ਤੋਂ ਲੈ ਕੇ ਜਿਹੜੇ ਦੀ ਮਣੀ ਕਮ ਟੈਗੋਰ ਨੇ ਸਿੱਬਲ ਦੇ ਉੱਤੇ ਨਿਸ਼ਾਨਾ ਜਿਹੜਾ ਵੀ ਉਹ ਲਾਇਆ ਔਰ ਹਾਈ ਕਮਾਂਡ ਦਾ ਬਚਾਓ ਕੀਤਾ। ਕਾਂਗਰਸ ਦੇ ਅੰਦਰੂਨੀ ਜਿਹੜੀ ਉਥਲ ਪੁਥਲ ਹੈ ਉਹਦੇ ਵਿੱਚ ਕਾਂਗਰਸ ਪ੍ਰਧਾਨ ਦੀ ਮਦਦ ਦੇ ਵਾਸਤੇ ਬਣੀ 6 ਮੈਂਬਰੀ ਸਲਾਹਕਾਰ ਜਿਹੜੀ ਕਮੇਟੀ ਹੈ ਉਹਨੇ ਇੱਕ ਬੈਠਕ ਵੀ ਕੀਤੀ ਹੈ। ਹਾਲਾਂਕਿ ਇਹਦੇ ਵਿੱਚ ਬਿਹਾਰ ਚੋਣਾਂ ਦੇ ਵਿੱਚ ਹਾਰ ਦੀ ਜਗ੍ਹਾ ਦੇ ਉੱਤੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਹੱਕ ਦੇ ਵਿੱਚ ਚਲਾਏ ਜਾ ਰਹੇ ਅੰਦੋਲਨ ਦੀ ਅੱਗੋਂ ਰੂਪ ਰੇਖਾ ਦੇ ਉੱਤੇ ਜ਼ਿਆਦਾ ਚਰਚਾ ਹੋਈ, ਪਰ ਇਹ ਬਹਾਨਾ ਬਣਾਇਆ ਗਿਆ। ਅਸਲ ਦੇ ਵਿੱਚ ਜਿਹੜੀ ਅੰਦਰੂਨੀ ਕਲਾ ਉਹਦੇ ਉੱਤੇ ਹੀ ਗੱਲ ਜਿਹੜੀ ਉਹ ਹੋਈ। ਜਿਹੜੇ ਕਪਿਲ ਸਿੱਬਲ ਦੇ ਸਵਾਲ ਨੇ, ਸਵਾਲ ਤਾਂ ਸਹੀ ਨੇ ਵੀ ਜੇ 19 ਦੀਆਂ ਚੋਣਾਂ ਲੋਕ ਸਭਾ ਦੀਆਂ ਹਰੀ ਕਾਂਗਰਸ ਉਹਦੇ ਉੱਤੇ ਵੀ ਕੋਈ ਜਿਹੜੀ ਵੀ ਚੀਰ ਫਾੜ ਨਹੀਂ ਕਾਂਗਰਸ ਨੇ ਕੀਤੀ ਕਿ ਕੀ ਕਾਰਨ ਰਿਹਾ, ਤੇ ਨਾ ਹੁਣ ਬਿਹਾਰ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਨੇ ਇਹ ਸੋਚਿਆ ਜਾਂ ਕੋਈ ਮੀਟਿੰਗ ਕਰਨ ਦਾ ਸੋਚਿਆ ਕਿ ਉੱਥੇ ਹਾਰ ਕਿਉਂ ਹੋਈ, ਇਹਦੇ ਉੱਤੇ ਕੁਝ ਜਿਹੜਾ ਜੀ ਉਹ ਕੀਤਾ ਜਾਵੇ, ਅੱਗੋਂ ਕਿਵੇਂ ਜਿਹੜਾ ਜੀ ਉਹ ਬਚਣਾ। ਐਕਚੁਅਲੀ ਜਦੋਂ ਜਿਹੜੇ 23 ਜਾਣਿਆਂ ਨੇ ਚਿੱਠੀ ਇੱਕ ਲਿਖੀ ਸੀਗੀ ਜਦੋਂ ਇਹ ਚੋਣ ਹੋ ਰਹੀ ਸੀਗੀ ਪ੍ਰਧਾਨ ਦੀ, ਕਾਂਗਰਸ ਦੇ ਪ੍ਰਧਾਨ ਦੀ, ਉਦੋਂ ਇਹ ਚਿੱਠੀ ਲੀਕ ਹੋਈ। ਇਹਦੇ ਵਿੱਚ ਕਪਿਲ ਸਿੱਬਲ ਹੋਰੀ ਵੀ ਜਿਹੜੇ ਉਹ ਸੀਗੇ। ਬਜਾਏ ਇਹਦੇ ਕਿ ਚਿੱਠੀ ਦੇ ਵਿੱਚ ਜਿਹੜੇ ਉਠਾਏ ਗਏ ਸਵਾਲ ਸੀ ਉਹਨਾਂ ਦੇ ਉੱਤੇ ਕੋਈ ਜ਼ਿਕਰ ਉਦੋਂ ਹੀ ਕਰ ਲਿਆ ਜਾਂਦਾ ਤੇ ਬਿਹਾਰ ਦੇ ਵਿੱਚ ਸ਼ਾਇਦ ਹੋ ਸਕਦਾ ਸੀ ਐਡੀ ਮਾੜੀ ਹਾਲਤ ਨਾ ਹੁੰਦੀ ਕਾਂਗਰਸ ਦੀ। ਉਦੋਂ ਚਿੱਠੀ ਲਿਖਣ ਵਾਲੇ ਜਿਹੜੇ ਨੇਤਾ ਸੀ ਉਹਨਾਂ ਨੂੰ ਖੁੱਡੇ ਲਾਈਨ ਲਾਉਣਾ ਸ਼ੁਰੂ ਜਿਹੜਾ ਜੀ ਉਹ ਕਰ ਦਿੱਤਾ ਗਿਆ ਤੇ ਜਿਹੜੀਆਂ ਨਵੀਆਂ ਨਿਯੁਕਤੀਆਂ ਹੋਈਆਂ ਕਾਂਗਰਸ ਦੇ ਅੰਦਰ ਉਹਦੇ ਵਿੱਚੋਂ ਇਹ ਸਾਰੇ ਲਾਂਭੇ ਜਿਹੜੇ ਸੀ ਉਹ ਕਰ ਦਿੱਤੇ ਗਏ। ਹੁਣ ਦੁਬਾਰਾ ਤੋਂ ਜਿਹੜੀ ਦੀ ਇਹ ਅੰਦਰੂਨੀ ਕਲਾ ਜਿਹੜੀ ਦੀ ਉਹ ਸਟਾਰਟ ਹੋਈ ਹੈ ਉਹਦੇ ਤੋਂ ਕਾਂਗਰਸ ਜਿਹੜੀ ਦੀ ਉਹ ਔਖੀ ਹੈ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ ਨੇਤਾ ਨੇ ਉਹ ਇਹ ਕਹਿੰਦੇ ਆ ਕਿ ਗਾਂਧੀ ਪਰਿਵਾਰ ਨੂੰ ਲਾਂਭੇ ਕਰਕੇ ਹੀ ਕਾਂਗਰਸ ਨੂੰ ਅੱਗੋਂ ਜਿਹੜਾ ਜੀ ਉਹ ਤੋਰਿਆ ਜਾ ਸਕਦਾ। ਪਰ ਸੋਨੀਆ ਗਾਂਧੀ ਹੋਰਾਂ ਦੀ ਜਿਹੜੀ ਜਿੱਦ ਹੈ ਜੀ ਉਹ ਇਹੀ ਆ ਕਿ ਰਾਹੁਲ ਗਾਂਧੀ ਹੋਰੀ ਉਹਨਾਂ ਨੂੰ ਉਹ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਵੇਖਣਾ ਚਾਹੁੰਦੇ। ਵੈਸੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਹਿਮ ਟਿੱਪਣੀ ਜਿਹੜੇ ਅਮਰੀਕਾ ਦੇ ਸਾਬਕਾ ਪ੍ਰੈਜ਼ੀਡੈਂਟ ਨੇ ਬਰਾਕ ਓਬਾਮਾ ਹੋਰਾਂ ਦੀ ਜਿਹੜੀ ਉਹਨਾਂ ਦੀ ਆਟੋਬਾਇਓਗ੍ਰਾਫੀ ਆ ਉਹਦੇ ਵਿੱਚ ਜਿਹੜੀ ਲਿਖੀ ਆ ਉਹ ਕਾਫੀ ਅਹਿਮ ਹੈ। ਜੋ ਰਾਹੁਲ ਗਾਂਧੀ ਦੇ ਵਾਸਤੇ ਉਹਨਾਂ ਨੇ ਜਿਹੜੀ ਉਹ ਟਿੱਪਣੀ ਕੀਤੀ ਹੈ। ਰਾਜੀਵ ਸ਼ੁਕਲਾ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਰਾਹੁਲ ਗਾਂਧੀ ਦਾ ਬਚਾਅ ਕਰਦਿਆਂ ਹੋਇਆ ਕਿ ਉਹਨੇ ਆਮ ਲੋਕਾਂ ਦੀ ਲੜਾਈ ਜਿਹੜੀ ਆ ਉਹ ਲੜੀ ਹੈ। ਸਲਮਾਨ ਖੁਰਸ਼ੀਦ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਲੰਮੇ ਸੰਘਰਸ਼ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਰਹਿਣਾ ਚਾਹੀਦਾ ਤੇ ਇਉਂ ਜੇ ਅਸੀਂ ਬਾਹਰੋਂ ਸਵਾਲ ਕਰਾਂਗੇ ਤੇ ਉਹਦੇ ਨਾਲ ਪਾਰਟੀ ਜਿਹੜੀ ਉਹ ਕਮਜ਼ੋਰ ਹੋਊਗੀ। ਪਾਰਟੀ ਤਾਂ ਪਹਿਲਾਂ ਹੀ ਕਮਜ਼ੋਰ ਜਿਹੜੀ ਦੀ ਉਹ ਹੋਈ ਪਈ ਹੈ। ਜੇ ਹਾਲਾਤ ਇਸੇ ਤਰੀਕੇ ਦੇ ਰਹਿੰਦੇ ਆ ਜਿਹੋ ਜਿਹੇ ਕਾਂਗਰਸ ਦੇ ਇਸ ਵੇਲੇ ਹੈਗੇ ਆ ਕਿ ਅੰਦਰੂਨੀ ਤੌਰ ਦੇ ਉੱਤੇ ਉਹ ਕੁਝ ਵੀ ਵਿਚਾਰਨ ਨੂੰ ਤਿਆਰ ਨਹੀਂ, ਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ 24 ਦੇ ਵਿੱਚ ਵੀ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਤੇ ਅੱਗੇ ਯੂਪੀ ਦੀ ਜੇ ਗੱਲ ਕਰੀਏ ਤਾਂ ਛੱਪੜ ਦੇ ਵਿੱਚੋਂ 2 ਕੁੜੀਆਂ ਦੀਆਂ ਲਾਸ਼ਾਂ ਮਿਲੀਆਂ। ਲੇਕਿਨ ਜੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹ ਘੱਟ ਨਹੀਂ ਜਿਹੜੀਆਂ ਦੀ ਹੋ ਰਹੀਆਂ। ਅਜੇ ਕੁਝ ਹਫ਼ਤੇ ਪਹਿਲਾਂ ਜੋ ਕੁਝ ਹੋਇਆ, ਕਿਵੇਂ ਉਹ ਲੜਕੀ ਨੂੰ ਅੱਧੀ ਰਾਤ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ, ਉਹਦੇ ਘਰੇ ਨਹੀਂ ਵੰਡ ਦਿੱਤਾ ਜਾ ਰਿਹਾ ਸੀ। ਪੁਲਿਸ ਜਿਹੜੀ ਜੀ ਉਹ ਲਾਈ ਰੱਖੀ ਕਿਉਂਕਿ ਦਲਿਤਾਂ ਦੇ ਉੱਤੇ ਜ਼ੁਲਮ ਜਿਹੜਾ ਜੀ ਉਹ ਹੋ ਰਿਹਾ। ਜਿਹੜੇ ਸੋ ਕਾਲਡ ਉੱਚ ਜਾਤਾਂ ਵਾਲੇ ਆ ਉਹ ਉਹਨਾਂ ਦੇ ਮਨਾਂ ਦੇ ਅੰਦਰ ਕਿੰਨੀ ਕੁ ਨਫ਼ਰਤ ਇਹਨਾਂ ਪ੍ਰਤੀ ਭਰੀ ਹੋਈ ਆ ਉਹ ਕਈ ਵੀਡੀਓਜ਼ ਦੇ ਰੂਪ ਦੇ ਵਿੱਚ ਵੀ ਸਾਹਮਣੇ ਉਦੋਂ ਵੀ ਆਇਆ ਕਿ ਉਹਨਾਂ ਨੇ ਕਿਸ ਕਿਸਮ ਦੇ ਜਿਹੜੇ ਜੀ ਉਹ ਇਕੱਠ ਕੀਤੇ ਸੀ। ਹੁਣ ਅਜੇ ਇਹ ਨਹੀਂ ਪਤਾ ਕਿ ਇਹ ਜਿਹੜੀ ਘਟਨਾ ਵਾਪਰੀ ਆ ਇਹਦੇ ਪਿੱਛੇ ਅਸਲ ਕਾਰਨ ਜਿਹੜੇ ਜੀ ਉਹ ਕੀ ਆ। ਇਹ ਫਤਿਹਪੁਰ ਪਿੰਡ ਆ ਉੱਤਰ ਪ੍ਰਦੇਸ਼ ਦੇ ਵਿੱਚ ਅਸੋਦਰ ਇਲਾਕੇ ਦੇ ਵਿੱਚੋਂ 2 ਨਾਬਾਲਗ ਜਿਹੜੀਆਂ ਦਲਿਤ ਭੈਣਾਂ ਨੇ ਉਹਨਾਂ ਦੀਆਂ ਲਾਸ਼ਾਂ ਇੱਕ ਛੱਪੜ ਦੇ ਵਿੱਚੋਂ ਮਿਲੀਆਂ ਨੇ। ਪਰਿਵਾਰ ਨੇ ਮਾਮਲੇ ਦੀ ਜਿਹੜੀ CBI ਜਾਂਚ ਦੀ ਮੰਗ ਕੀਤੀ ਹੈ ਜਦੋਂ ਕਿ ਪੋਸਟਮਾਰਟਮ ਰਿਪੋਰਟ ਦੋਵਾਂ ਦੀ ਮੌਤ ਪਾਣੀ ਦੇ ਵਿੱਚ ਡੁੱਬਣ ਕਰਕੇ ਹੋਈ ਦੱਸੀ ਜਾਂਦੀ ਹੈ। ਦੋਵਾਂ ਦੀਆਂ ਲਾਸ਼ਾਂ ਛੱਪੜ ਤੋਂ ਕੱਢੀਆਂ ਗਈਆਂ। ਉਹਨਾਂ ਦੀਆਂ
ਅੱਖਾਂ 'ਚ ਜ਼ਖਮਾਂ ਦੇ ਨਿਸ਼ਾਨ ਸੀ, ਅੱਖ ਕੱਢੀ ਹੋਈ ਸੀ ਇੱਕ ਇੱਕ ਇਹਨਾਂ ਦੀ। ਔਰ ਜਿਹੜੀਆਂ ਇਹ 12 ਸਾਲ ਦੀ ਤੇ 8 ਸਾਲ ਦੀਆਂ ਛੋਟੀਆਂ ਬੱਚੀਆਂ ਸਨ, ਸੁਮੀ ਤੇ ਕਿਰਨ, ਜਿਹੜੀਆਂ ਦੋਵੇਂ ਸਕੀਆਂ ਭੈਣਾਂ ਸੀਗੀਆਂ। ਦੁਪਹਿਰ ਵੇਲੇ ਖੇਤਾਂ ਤੋਂ ਸਬਜ਼ੀ ਵਗੈਰਾ ਜਿਹੜੀ ਦੀ ਉਹ ਲੈਣ ਗਈਆਂ ਸੀਗੀਆਂ, ਘਰੇ ਵਾਪਸ ਨਹੀਂ ਮੁੜੀਆਂ। ਪਰਿਵਾਰ ਨੇ ਇਹ ਦੋਸ਼ ਲਾਇਆ ਕਿ ਉਹਨਾਂ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ, ਔਰ ਪਰਿਵਾਰ ਨੇ ਇਹ ਕਿਹਾ ਕਿ ਅਸਫਲ ਕੋਸ਼ਿਸ਼ ਦਾ ਸ਼ੱਕ ਜਿਹੜਾ ਦੀ ਉਹਨੇ ਜ਼ਾਹਰ ਕੀਤਾ। ਜਿਹੜੀ ਪੁਲਿਸ ਹੈ ਉਹ ਇਸ ਗੱਲ ਨੂੰ ਨਹੀਂ ਮੰਨ ਰਹੀ। ਉਹਦਾ ਇਹਨਾਂ ਦਾ ਚਾਚਾ ਸੀ ਜਿਹੜਾ ਦੋਸ਼ ਲਾ ਰਿਹਾ ਸੀਗਾ। ਪੁਲਿਸ ਨੇ ਉਲਟਾ ਚਾਚੇ ਨੂੰ ਹੀ ਫੜ ਕੇ ਜਿਹੜਾ ਦੀ ਉਹ ਲੈ ਗਈ। ਇਹ ਕਿਹਾ ਗਿਆ ਕਿ ਡਾਕਟਰਾਂ ਦੇ ਪੈਨਲ ਨੇ ਲਾਸ਼ਾਂ ਦਾ ਪੋਸਟਮਾਰਟਮ ਕੀਤਾ, ਇਹਦੀ ਵੀਡੀਓਗ੍ਰਾਫੀ ਵੀ ਜਿਹੜੀ ਆ ਉਹ ਕੀਤੀ ਗਈ ਆ। ਸੋਸ਼ਲ ਮੀਡੀਆ ਦੇ ਉੱਤੇ ਦੋਵਾਂ ਕੁੜੀਆਂ ਦੇ ਹੱਥ ਪੈਰ ਬੰਨੇ ਹੋਣ ਸੰਬੰਧੀ ਜਿਹੜੇ ਦਾਅਵੇ ਸੀ ਉਹਨਾਂ ਨੂੰ ਰੱਦ ਕੀਤਾ ਗਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ। ਕਿਹਾ ਕਿ ਦੋਵਾਂ ਦੀ ਮੌਤ ਜਿਹੜੀ ਉਹ ਪਾਣੀ ਦੇ ਵਿੱਚ ਡੁੱਬਣ ਕਰਕੇ ਜਿਹੜਾ ਉਹ ਹੋਈ ਆ। ਜਿਹੜਾ ਲੜਕੀਆਂ ਦਾ ਪਿਓ ਆ ਉਹ ਕਹਿੰਦਾ ਕਿ ਉਹਨਾਂ ਦੀਆਂ ਅੱਖਾਂ ਦੇ ਉੱਤੇ ਜਿਹੜੇ ਜ਼ਖਮ ਨੇ ਉਹਦੇ ਤੋਂ ਲੱਗਦਾ ਕਿ ਉਹਨਾਂ ਦਾ ਕਤਲ ਕਰਕੇ ਲਾਸ਼ਾਂ ਛੱਪੜ ਦੇ ਵਿੱਚ ਜਿਹੜੀਆਂ ਉਹ ਸੁੱਟੀਆਂ ਗਈਆਂ ਨੇ। ਇਹ ਕਿਵੇਂ ਬਣਾ ਲਿਆ ਜਾਂਦਾ ਜਿਹੜਾ ਜੀ ਕਿ ਉਹਨਾਂ ਦੀ ਮੌਤ ਜਿਹੜੀ ਉਹ ਡੁੱਬ ਕੇ ਹੋਈ, ਇਹ ਤਾਂ ਕੋਈ ਭੁੱਲ ਹੀ ਨਹੀਂ। ਉੱਤਰ ਪ੍ਰਦੇਸ਼ ਦੇ ਵਿੱਚ ਕੀ ਨਹੀਂ ਜਿਹੜਾ ਉਹ ਬਣਾਇਆ ਗਿਆ, ਜਦੋਂ ਇੱਕ ਲੜਕੀ ਪਿਛਲੇ ਦਿਨੀ ਦੀ ਜਿਹੜੀ ਉਹ ਘਟਨਾ ਵਾਪਰੀ ਸੀ, ਉੱਦਾਂ ਦਾ ਇਹਨੂੰ ਰੰਗਤ ਨਾ ਮਿਲ ਜੇ। ਸ਼ਾਇਦ ਇਸ ਕਰਕੇ ਡਰਦਿਆਂ ਜਿਹੜਾ ਜੀ ਉਹ ਤੱਤ ਭੜੱਤੀ ਜਿਹੜਾ ਸੀਗਾ ਜਲਦੀ ਜਲਦੀ ਇਹਦਾ ਪੋਸਟਮਾਰਟਮ ਕਰਵਾ ਕੇ ਤੇ ਇਹ ਕਹਿ ਦਿੱਤਾ ਗਿਆ ਜੀ ਇਹਨਾਂ ਦੀ ਮੌਤ ਤਾਂ ਜਿਹੜੀ ਹੈ ਉਹ ਛੱਪੜ ਦੇ ਵਿੱਚ ਡੁੱਬਣ ਦੀ ਵਜ੍ਹਾ ਕਰਕੇ ਹੋਈ ਹੈ। ਉਹਦੇ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿੱਟੀ ਪਾਉਣ ਦੀ ਜਿਹੜੀ ਦੀ ਉਹ ਕੋਸ਼ਿਸ਼ ਹੈ। ਪਰ ਇਹ ਮਾਮਲਾ ਇੱਕ ਵਾਰੀ ਫੇਰ ਜਿਹੜਾ ਦੀ ਉਹ ਉੱਭਰ ਰਿਹਾ ਉੱਤਰ ਪ੍ਰਦੇਸ਼ ਦੇ ਵਿੱਚ। ਬਿਲਕੁਲ ਜੀ, ਮਾਮਲਾ ਨਾ ਤੇ ਪਹਿਲਾ ਤੇ ਨਾ ਇਹ ਲਾਸਟ ਆ, ਪਰ ਉੱਥੇ ਨਿਆਂ ਨਹੀਂ ਮਿਲ ਰਿਹਾ ਲੋਕਾਂ ਨੂੰ। ਤੇ ਅਖੀਰ ਦੇ ਵਿੱਚ ਦਿੱਲੀ ਦੀ ਗੱਲ ਕਰੀਏ, ਫਿਰ ਹੋ ਸਕਦਾ ਆ ਛੋਟਾ ਲਾਕਡਾਊਨ। ਦੇਖੋ, ਜਿੱਥੋਂ ਤੱਕ COVID-19 ਦੇ ਜਿਹੜਾ ਕੇਸਾਂ ਦੀ ਗੱਲ ਹੈ ਤੇ ਜਿਹੜਾ ਸਰਕਾਰੀ ਤੌਰ ਦੇ ਉੱਤੇ ਦਾਅਵਾ ਹੈ, ਜਿਹੜੀ ਇਹ ਇਸ ਵੇਲੇ ਟੈਲੀ ਜਿਹੜੀ ਉਹ ਦੱਸਦੀ ਹੈ 99,12,704 ਮਾਮਲੇ ਜਿਹੜੇ ਦੀ ਉਹ ਆ ਚੁੱਕੇ ਹੋਏ ਨੇ। 24 ਘੰਟਿਆਂ ਦੇ ਵਿੱਚ 40,000 ਤੋਂ ਥੱਲੇ ਗਿਣਤੀ ਫੇਰ ਰਹੀ ਹੈ। 38,478 ਕੇਸ ਨਵੇਂ ਆਏ ਆ। 471 ਮੌਤਾਂ 24 ਘੰਟਿਆਂ ਦੇ ਦੌਰਾਨ ਹੋਈਆਂ ਨੇ। ਮੌਤਾਂ ਦੀ ਗਿਣਤੀ 1,31,000 ਤੇ 31 ਹੋ ਚੁੱਕੀ ਹੋਈ ਆ। ਜਿੱਥੋਂ ਤੱਕ ਸੂਬਿਆਂ ਦੀ ਜਿਹੜੀ ਦੀ ਉਹ ਗੱਲ ਹੈ, ਕੇਸ ਸਾਰੇ ਜਗ੍ਹਾ ਘਟੇ, ਪਰ ਕੇਰਲਾ ਤੇ ਦਿੱਲੀ ਦੇ ਵਿੱਚ ਕੇਸ ਜਿਹੜੇ ਆ ਉਹ ਲਗਾਤਾਰ ਵੱਧ ਰਹੇ ਆ। ਕੇਰਲਾ ਦੇ ਵਿੱਚ 24 ਘੰਟਿਆਂ ਦੇ ਵਿੱਚ 5792 ਨਵੇਂ ਕੇਸ ਆਏ 27 ਮੌਤਾਂ ਦੇ ਨਾਲ। ਦਿੱਲੀ ਦੇ ਵਿੱਚ 6396 ਨਵੇਂ ਕੇਸ ਆਏ 99 ਮੌਤਾਂ ਦੇ ਨਾਲ। ਜੇ ਆਪਾਂ ਜਿਹੜੀ ਥੋੜੀ ਜਿਹੀ ਪੰਜਾਬ ਦੀ ਵੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮਾਮਲੇ ਤਾਂ 515 ਆਏ, ਪਰ 30 ਮੌਤਾਂ ਹੋਈਆਂ 24 ਘੰਟਿਆਂ 'ਚ। ਜਿਹੜੀ ਮੌਤ ਰੇਸ਼ੋ ਆ ਪੰਜਾਬ ਦੇ ਵਿੱਚ ਉਹ ਕਾਫੀ ਜਿਹੜੀ ਦੀ ਉਹ ਹਾਈ ਆ, ਅਜੇ ਵੀ ਹਾਈ ਚੱਲ ਰਹੀ ਹੈ। ਮੌਤ ਰੇਸ਼ੋ ਨਹੀਂ ਜਿਹੜੀ ਦੀ ਉਹ ਘਟੀ, ਕੇਸ ਜ਼ਰੂਰ ਜਿਹੜੇ ਆ ਦੀ ਉਹ ਘਟੀ ਹੈ। ਜਿੱਥੋਂ ਤੱਕ ਦਿੱਲੀ ਦੀ ਜਿਹੜੀ ਦੀ ਉਹ ਗੱਲ ਹੈ, ਦਿੱਲੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਆ ਅਰਵਿੰਦ ਕੇਜਰੀਵਾਲ ਹੋਣੀ, ਉਹਨਾਂ ਨੇ ਕੇਂਦਰ ਤੋਂ ਉਹਨਾਂ ਬਾਜ਼ਾਰ ਵਾਲੇ ਇਲਾਕਿਆਂ ਦੇ ਵਿੱਚ ਮੁੜ ਕੇ ਲਾਕਡਾਊਨ ਕਰਨ ਦੇ ਅਧਿਕਾਰ ਦੀ ਮੰਗ ਕੀਤੀ ਹੈ ਜਿਹੜੇ COVID-19 ਦਾ ਹੌਟਸਪੌਟ ਬਣੇ ਆ। 200 ਲੋਕਾਂ ਦੇ ਜਿਹੜਾ ਵਿਆਹ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਆਦੇਸ਼ ਸੀ ਉਹਨੂੰ ਵਾਪਸ ਜਿਹੜਾ ਉਹ ਲੈ ਲਿਆ ਗਿਆ, ਔਰ ਇਹ ਕਿਹਾ ਹੈ ਕਿ ਹੁਣ 50 ਲੋਕਾਂ ਨੂੰ ਵਿਆਹ ਦੇ ਵਿੱਚ ਸਮਾਗਮ ਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਹੋਣ ਦੀ ਪਰਮਿਸ਼ਨ ਜਿਹੜੀ ਉਹ ਦਿੱਤੀ ਜਾਊਗੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਨੋਂ ਸੁਝਾਅ ਜਿਹੜੇ ਆ ਉਹ ਕੇਂਦਰ ਦੀ ਸਰਕਾਰ ਨੂੰ ਭੇਜੇ ਗਏ ਆ, ਕਿਉਂਕਿ ਉਸ ਤੋਂ ਬਿਨਾਂ ਇਹ ਫੈਸਲਾ ਲੈ ਨਹੀਂ ਜਿਹੜਾ ਦੀ ਹੋ ਸਕਦੀ। ਇਹ ਕਿਹਾ ਗਿਆ ਕਿ ਇਹ ਵੀ ਮੰਗ ਕੀਤੀ ਗਈ ਹੈ ਕਿ ਜਿਹੜੇ ਹੌਟਸਪੌਟ ਬਾਜ਼ਾਰ ਨੇ ਉੱਥੇ ਲਾਕਡਾਊਨ ਕਰਨ ਦੇ ਅਧਿਕਾਰ ਰਾਜ ਸਰਕਾਰ ਨੂੰ ਦਿੱਤੇ ਜਾਣ। ਜਦੋਂ ਕਿ ਦੂਜੇ ਪਾਸੇ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਆਦੇਸ਼ ਗੁਪਤਾ, ਉਹਨੇ ਇਹ ਗੱਲ ਕਹੀ ਹੈ ਕਿ ਦਿੱਲੀ ਦੀ ਸਰਕਾਰ ਜਿਹੜੀ ਆ ਉਹ ਕੋਰੋਨਾ ਦੇ ਰਾਹ ਵੱਲ ਜਿਹੜੀ ਉਹ ਦਿੱਲੀ ਜਾ ਰਹੀ ਆ, ਔਰ ਦਿੱਲੀ ਸਰਕਾਰ ਦੇ ਵੱਲੋਂ ਕੋਈ ਮੀਟਿੰਗ ਸਰਬ ਪਾਰਟੀ ਨਹੀਂ ਬੁਲਾਈ ਗਈ। ਇਹ ਕਿਹਾ ਕਿ ਇਹ ਦਿੱਲੀ ਵਾਲਿਆਂ ਨੂੰ ਨਜ਼ਰਬੰਦ ਜਿਹੜਾ ਵੀ ਉਹ ਕਰਨਾ ਚਾਹੁੰਦੇ ਨੇ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਨੇ ਜਿਹੜਾ ਦੀ ਦਿੱਲੀ ਦੇ ਬਾਜ਼ਾਰਾਂ ਨੂੰ ਮੁੜ ਕੇ ਬੰਦ ਕਰਨ ਦੇ ਜਿਹੜਾ ਆਮ ਪ੍ਰਸਤਾਵ ਦੇ ਉੱਤੇ ਇਹਦਾ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਜਿਹੜੀ ਆ ਉਹਨੇ ਗ੍ਰਹਿ ਮੰਤਰੀ
ਤੇ ਉਪ ਰਾਜਪਾਲ ਨੂੰ ਅਪੀਲ ਇਹ ਕੀਤੀ ਆ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਵਪਾਰੀਆਂ ਦੇ ਨਾਲ ਸਲਾਹ ਮਸ਼ਵਰਾ ਜ਼ਰੂਰ ਕੀਤਾ ਜਾਵੇ, ਕਿਉਂਕਿ ਜਿਹੜੇ ਵਪਾਰੀ ਨੇ, ਲੱਖਾਂ ਵਪਾਰੀਆਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੇ ਜਿਹੜੇ ਕਰਮਚਾਰੀ ਨੇ ਉਹ ਦਾਅ ਦੇ ਉੱਤੇ ਪਹਿਲਾਂ ਹੀ ਲੱਗੇ ਹੋਏ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਲੋਕਡਾਊਨ ਸੀ ਉਹਨੇ ਪਹਿਲਾਂ ਲੱਕ ਜਿਹੜੇ ਦੀ ਉਹ ਤੋੜ ਦਿੱਤੇ ਉਹਨਾਂ ਦੇ, ਤੇ ਹੁਣ ਜੇ ਅੱਗੋਂ ਲੋਕਡਾਊਨ ਫੇਰ ਲੱਗਦਾ ਤੇ ਉਹ ਸਰਵਾਈਵ ਕਿਵੇਂ ਜਿਹੜਾ ਦੀ ਉਹ ਕਰਨਗੇ। ਦਿੱਲੀ ਤੇ ਕੇਰਲਾ ਦੀ ਜਿਹੜੀ ਸਥਿਤੀ ਹੈ ਜੀ ਉਹ ਇਸ ਵੇਲੇ ਕਾਫੀ ਫਿਕਰਮੰਦੀ ਵਾਲੀ ਜਿਹੜੀ ਉਸ ਪਾਸੇ ਵੱਲ ਨੂੰ ਵੱਧ ਰਹੀ ਹੈ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਲੋਕਡਾਊਨ ਕੀ ਇਹਦਾ ਇਲਾਜ ਹੈ, ਕਿਉਂਕਿ ਪਹਿਲਾਂ ਜਿਹੜਾ ਲੋਕਡਾਊਨ ਸੀਗਾ ਉਹ ਬਿਨਾਂ ਤਿਆਰੀ ਤੋਂ ਕਰ ਲਿਆ ਗਿਆ। ਜਦੋਂ ਲੋਕਡਾਊਨ ਦੀ ਜ਼ਰੂਰਤ ਸੀ ਉਦੋਂ ਲੋਕਡਾਊਨ ਖੋਲ੍ਹ ਦਿੱਤਾ ਗਿਆ। ਇਹ ਜਿਹੜੇ ਫੈਸਲੇ ਸੀਗੇ ਅਜੀਬੋ ਗਰੀਬ, ਇਹਨਾਂ ਨੇ ਹੀ ਸਥਿਤੀ ਜਿਹੜੀ ਹੈ ਜੀ ਇੱਥੋਂ ਤੱਕ ਲੈ ਕੇ ਆਂਦੀ ਹੈ, ਔਰ ਸਹੀ ਮਾਇਨੇ 'ਚ ਇਹਨਾਂ ਨੇ ਹੀ ਸਥਿਤੀ ਜਿਹੜੀ ਹੈ ਉਹ ਵਿਗਾੜੀ ਹੈ। ਫਿਰ ਦੁਬਾਰਾ ਜਿਹੜਾ ਜੀ ਉਹ ਲੋਕਡਾਊਨ ਵੱਲ ਨੂੰ ਤੁਰਨਾ ਉਹ ਵੀ ਕੁਛ ਜਿਹੜਾ ਜੀ ਉਹ ਬਾਜ਼ਾਰਾਂ ਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਇਹ ਬਿਜ਼ਨਸ ਦੇ ਉੱਤੇ ਵੱਡਾ ਜਿਹੜਾ ਜੀ ਉਹ ਪ੍ਰਭਾਵ ਪਾਊਗਾ। ਜੀ ਜ਼ਰੂਰ ਪਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।